ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਖਬਰ ਪੜਤਾਲ ਤੇ ਸਾਡੇ ਨਾਲ ਗੱਲਬਾਤ ਲਈ ਚਰਚਾ ਦੇ ਲਈ ਮੌਜੂਦ ਨੇ ਜੀ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ। जी जी बिल्कुल। सो पंजाब और देश ਦੇ ਕਈ ਖਾਸ ਮੁੱਦੇ ਜੋ ਆਪਾਂ ਅੱਜ ਫਿਰ ਇੱਕ ਵਾਰ ਤੋਂ ਲੈ ਕੇ ਹਾਜ਼ਰ ਆ ਤੇ ਉਹਦੇ ਉੱਪਰ ਚਰਚਾ ਜ਼ਰੂਰ ਕਰਨੀ ਹੈ। ਸਭ ਤੋਂ ਖਾਸ ਅਗਰ ਗੱਲ ਕਰੀਏ ਪੰਜਾਬ ਦੀ ਤਾਂ ਰਾਜ ਸਭਾ ਚੋਣਾਂ 2 ਸੀਟਾਂ ਜੋ ਹੈ ਉਸ ਦੇ ਲਈ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸੰਗਰੂਰ ਦੀਆਂ ਉਪ ਚੋਣਾਂ ਨੂੰ ਲੈ ਕੇ ਜੋ ਇੱਕ ਬਦਲਦੇ ਸਮੀਕਰਨ ਨਜ਼ਰ ਆ ਰਹੇ ਨੇ ਉਸ ਉੱਪਰ ਥੋੜਾ ਵਿਸਥਾਰ 'ਚ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਤਾਂ ਕਿ ਜਿਹੜੇ ਵੀ ਦਰਸ਼ਕ ਸਾਡੇ ਪ੍ਰੋਗਰਾਮ ਨਾਲ ਜੁੜਦੇ ਨੇ ਉਹ ਹਰ ਗੱਲ ਹਰ ਤਹਿ ਤੱਕ ਜਾ ਸਕਣ। ਤੇ ਦੂਜੇ ਪਾਸੇ ਜੋ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨਸ਼ਿਆਂ ਨੂੰ ਲੈ ਕੇ ਬਹੁਤ ਹੀ ਸਖਤ ਕਦਮ ਚੱਕਦੇ ਨਜ਼ਰ ਆ ਰਹੇ ਨੇ ਤੇ ਕਿਸ ਤਰ੍ਹਾਂ ਦੇ ਕਦਮ ਚੱਕ ਰਹੇ ਨੇ ਉਸ ਦੇ ਬਾਰੇ ਵੀ ਆਪਾਂ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਜ਼ਰੂਰ ਕਰਨਾ ਚਾਹਾਂਗੇ ਕਿ ਜੋ ਪੰਜਾਬ ਦੀਆਂ 2 ਸੀਟਾਂ ਲਈ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਅੰਬਿਕਾ ਸੋਨੀ ਤੇ ਬਲਵਿੰਦਰ ਭੁੰਦੜ ਦੀ ਸੀਟ ਜੋ ਖਾਲੀ ਹੋ ਰਹੀ ਹੈ ਤੇ 24 ਮਈ ਤੋਂ 31 ਮਈ ਤੱਕ ਨਾਮਜ਼ਦਗੀਆਂ ਹੋਣਗੀਆਂ ਤੇ ਇਸ ਉੱਪਰ ਮੈਂ ਜਾਣਨਾ ਚਾਹਾਂਗੀ ਕਿ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਇਮਤਿਹਾਨ ਦੀ ਘੜੀ ਵੀ ਜ਼ਰੂਰ ਹੈ। ਪਹਿਲਾ ਰਾਜ ਸਭਾ ਦੇ ਜਦੋਂ ਮੈਂਬਰ ਚੁਣੇ ਗਏ ਨੇ ਤਾਂ ਉਦੋਂ ਜ਼ਰੂਰ ਉਹਨਾਂ ਨੂੰ ਲੈ ਕੇ ਵਿਰੋਧ ਕੀਤਾ ਗਿਆ, ਉਹਨਾਂ ਦੀ ਚੋਣ ਨੂੰ ਲੈ ਕੇ ਵਿਰੋਧ ਕੀਤਾ ਗਿਆ। ਹੁਣ ਕਿਵੇਂ ਦੇ ਸਮੀਕਰਨ ਦੇਖ ਰਹੇ ਹੋ, ਕਿਸ ਤਰ੍ਹਾਂ ਦਾ ਅੱਗੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ? ਬਹੁਤ ਵੱਡਾ ਸਵਾਲ ਤੁਸੀਂ ਖੜਾ ਕੀਤਾ ਹੈ ਹਰਜੋਤ ਜੀ। 2 ਸੀਟਾਂ ਖਾਲੀ ਹੋ ਜਾਣਗੀਆਂ, ਸਾਨੂੰ ਸਾਰਿਆਂ ਨੂੰ ਪਤਾ ਹੈ। ਨਾਮਜ਼ਦਗੀਆਂ ਦਾਖਲ ਹੋਣ ਦਾ ਸਮਾਂ ਵੀ ਤੁਸੀਂ ਦੱਸਤਾ 24 ਤੋਂ 31 ਤੱਕ। ਔਰ ਪੰਜਾਬ ਦੀਆਂ 2 ਸੀਟਾਂ, ਹਾਲਾਂਕਿ ਪੂਰੇ ਦੇਸ਼ ਦੇ ਵਿੱਚ 15 ਸਟੇਟਾਂ ਦੇ ਵਿੱਚ ਰਾਜ ਸਭਾ ਦੀ ਚੋਣ ਹੋਣੀ ਹੈ ਔਰ 57 ਰਾਜ ਸਭਾ ਦੇ ਮੈਂਬਰ ਨੇ ਜਿਹੜੇ ਉਹ ਨਵੇਂ ਚੁਣੇ ਜਾਣੇ ਨੇ। ਔਰ ਉਮੀਦ ਹੈ ਕਿ ਇਹਨਾਂ 57 ਦੇ ਵਿੱਚੋਂ ਜਿਹੜਾ ਬਹੁਮਤ ਹੈ ਉਹ ਫੇਰ ਇੱਕ ਵਾਰ ਭਾਰਤੀ ਜਨਤਾ ਪਾਰਟੀ ਦਾ ਨਜ਼ਰ ਆ ਰਿਹਾ ਹੈ, ਕਿਉਂਕਿ ਪਿੱਛੇ ਜੇ 5 ਸੂਬਿਆਂ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚੋਂ 4 ਬੀਜੇਪੀ ਜਿੱਤ ਗਈ ਸੀ, ਸੋ ਇੱਕ ਸੂਬਾ ਆਮ ਆਦਮੀ ਪਾਰਟੀ ਨੇ ਜਿੱਤਿਆ ਸੀ। 5 ਸੀਟਾਂ ਰਾਜ ਸਭਾ ਦੀਆਂ ਪਹਿਲਾਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਪੰਜਾਬ ਚੋਂ। 6 ਸਾਲ ਦਾ ਇਹਨਾਂ ਦਾ ਟਰਮ ਹੁੰਦਾ ਹੈ। ਹੁਣ ਵਾਰੀ ਹੈ 2 ਹੋਰ ਸੀਟਾਂ ਜਿਹੜੀਆਂ ਤੁਸੀਂ ਦੱਸਿਆ ਅੰਬਿਕਾ ਸੋਨੀ ਔਰ ਬਲਵਿੰਦਰ ਸਿੰਘ ਭੁੰਦੜ ਉਹ ਵਿਹਲੀਆਂ ਹੋ ਰਹੀਆਂ ਨੇ। ਦੇਖੋ ਜਿਹੜੇ ਪਿਛਲੇ ਗਣਿਤ ਮੈਂ ਦੇਖ ਰਿਹਾ, ਅਕਾਲੀ ਦਲ ਕੋਲੇ ਸਿਰਫ 3 ਵਿਧਾਇਕ ਨੇ, ਕਾਂਗਰਸ ਕੋਲੇ ਵੀ 18 ਵਿਧਾਇਕ ਨੇ। ਪਰ ਪਿਛਲੀ ਵਾਰੀ ਜਦੋਂ ਵੋਟਾਂ ਪਈਆਂ ਰਾਜ ਸਭਾ ਦੀਆਂ, ਹਾਲਾਂਕਿ ਵੋਟਾਂ ਪੈਣ ਦੀ ਲੋੜ ਨਹੀਂ ਪਈ, ਜਦੋਂ ਨਾਮਜ਼ਦਗੀਆਂ ਸੀ ਤੇ ਕਾਂਗਰਸ ਅਗਰ ਦਾਵਾ ਕਰਦੀ ਤਾਂ 1 ਸੀਟ ਤੇ ਮੁਕਾਬਲੇ 'ਚ ਆ ਸਕਦੀ ਸੀ, ਲੇਕਿਨ ਕਾਂਗਰਸ ਵੱਲੋਂ ਨੋਮੀਨੇਸ਼ਨ ਨਹੀਂ ਹੋਈ, ਜੋ ਮੈਨੂੰ ਐਕਸਪਰਟਸ ਤੋਂ ਪਤਾ ਲੱਗਿਆ। ਔਰ ਹੁਣ ਜੋ ਮੈਂ ਐਕਸਪਰਟਸ ਨਾਲ ਗੱਲ ਕੀਤੀ ਹੈ, ਆਮ ਆਦਮੀ ਪਾਰਟੀ ਬਿਨਾਂ ਮੁਕਾਬਲੇ ਵੀ ਇਹ 2 ਸੀਟਾਂ ਦੁਬਾਰਾ ਜਿੱਤ ਸਕਦੀ ਹੈ, ਕਿਉਂਕਿ ਅਗਰ ਕਾਂਗਰਸ ਔਰ ਅਕਾਲੀ ਦਲ ਵੱਲੋਂ ਨੋਮੀਨੇਸ਼ਨ ਕੀਤੀ ਜਾਂਦੀ ਹੈ ਤਾਂ ਵੀ ਉਹ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਰਹਿਣਗੇ। ਇਹ ਲੱਗ ਰਿਹਾ ਅਜਿਹੀ ਸੂਰਤ 'ਚ ਆਮ ਆਦਮੀ ਪਾਰਟੀ ਜਿੱਤੇਗੀ। ਮੈਨੂੰ ਲੱਗਦਾ ਇਸ ਵਾਰ ਵੀ ਮੁਕਾਬਲਾ, ਜਿਹੜੀ ਜਿੱਤ ਹੈ ਆਮ ਆਦਮੀ ਪਾਰਟੀ ਦੀ, ਉਹ ਬਿਨਾਂ ਮੁਕਾਬਲਾ ਹੋ ਸਕਦੀ ਹੈ। ਸਵਾਲ ਹੁਣ ਇਹ ਖੜਾ ਹੁੰਦਾ ਹੈ ਹਰਜੋਤ ਜੀ ਕਿ ਇਹ ਇੱਕ ਟੈਸਟ ਅਰਵਿੰਦ ਕੇਜਰੀਵਾਲ ਦਾ ਵੀ ਹੈ ਔਰ ਭਗਵੰਤ ਮਾਨ ਸਾਹਿਬ ਦਾ ਵੀ ਹੈ। ਹੁਣ ਕੀ ਇਸ ਵਾਰ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਜਾਣੇ ਨੇ, ਕੀ ਉਹ ਲੋਕ ਜਾਣਗੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਕਰਦੇ ਰਹੇ ਨੇ? ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ 'ਚ ਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਕਰਦੇ ਨੇ। ਕੀ ਪੰਜਾਬ 'ਚੋਂ ਐਕਟਿਵ ਲੋਕ ਨੇ ਜਿਹੜੇ ਮੁੱਦਿਆਂ ਤੇ, ਭਾਵੇਂ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਭੇਜਿਆ ਜਾਂਦਾ ਰਾਜ ਸਭਾ 'ਚ, ਜਾਂ ਇੱਕ ਵਾਰੀ ਫੇਰ ਦਿੱਲੀ ਦੀ ਪਸੰਦ ਨਾਲ ਉਹ ਲੀਡਰਾਂ ਨੂੰ ਭੇਜਿਆ ਜਾਂਦਾ ਜਿਹੜੇ ਪਾਰਟੀ 'ਚ ਨੇ ਤੇ ਉਹਨਾਂ ਨੂੰ ਐਡਜਸਟ ਕਰਨਾ? ਦੇਖੋ ਇਹ ਇੱਕ ਬਹੁਤ ਵੱਡਾ ਟੈਸਟ ਹੋਊਗਾ। ਦੂਸਰਾ, ਮੈਂ ਲਗਾਤਾਰ ਇਹ ਗੱਲ ਪਿਛਲੇ ਕਾਫੀ ਸਮੇਂ ਤੋਂ ਚੱਕਦਾ ਰਿਹਾ ਔਰ ਮੈਂ ਇੱਕ ਵਾਰੀ ਫੇਰ ਉਹ ਗੱਲ ਕਰਨਾ ਚਾਹੂੰਗਾ ਕਿ 2 ਵੱਡੇ ਕੰਮ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ। ਇੱਕ ਤਾਂ ਅਰਵਿੰਦ ਕੇਜਰੀਵਾਲ ਇਹ ਕੰਮ ਕਰ ਸਕਦੇ ਨੇ ਔਰ ਭਗਵੰਤ ਮਾਨ ਸਾਹਿਬ ਦੋਵੇਂ ਮਿਲ ਕੇ ਜੋ ਕੁਝ ਵੱਡੇ ਸਮੇਂ 'ਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਹੈ ਦੁਨੀਆ ਭਰ ਦੇ ਪੰਜਾਬੀਆਂ ਨੇ, NRIs ਨੇ, ਅਗਰ ਅਰਵਿੰਦ ਕੇਜਰੀਵਾਲ 1 ਸੀਟ ਰਾਜ ਸਭਾ ਦੀ ਸਾਡੇ ਕਿਸੇ NRI ਨੂੰ ਦੇ ਦੇਣ, ਸੋ ਅਗਰ ਕਿਸੇ NRI ਨੂੰ 1 ਸੀਟ ਦੇ ਦੇਣ ਅਰਵਿੰਦ ਕੇਜਰੀਵਾਲ, ਕੈਨੇਡਾ ਤੋਂ ਦੇ ਦੇਣ, UK ਤੋਂ ਦੇ ਦੇਣ, ਅਮਰੀਕਾ ਤੋਂ ਦੇ ਦੇਣ, ਕਿਸੇ ਮੁਲਕ ਤੋਂ ਅਗਰ ਕਿਸੇ NRI ਨੂੰ 1 ਸੀਟ ਦੇ ਦੇਣ, ਰਾਜ ਸਭਾ 'ਚ ਭੇਜ ਦੇਣ, ਤੇ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਕਦਮ ਹੋਏਗਾ ਅਰਵਿੰਦ ਕੇਜਰੀਵਾਲ ਦਾ
ਔਰ ਉਹਨਾਂ ਨੂੰ ਗੁਜਰਾਤ 'ਚ ਬਹੁਤ ਫਾਇਦਾ ਮਿਲੇਗਾ, ਹਿਮਾਚਲ 'ਚ ਬਹੁਤ ਫਾਇਦਾ ਮਿਲੇਗਾ। ਗੁਜਰਾਤ ਦੇ ਵਿੱਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਗੁਜਰਾਤੀ ਭਰਾ ਨੇ ਉਹ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਨੇ। ਕੈਨੇਡਾ ਦੇ ਵਿੱਚ ਬਹੁਤ ਗੁਜਰਾਤ ਤੋਂ ਨੇ, ਅਮਰੀਕਾ 'ਚ ਨੇ, ਯੂਕੇ 'ਚ ਨੇ। ਸੋ ਹੁਣ ਇਹਦੇ ਨਾਲ ਕੀ ਹੋਏਗਾ, ਅਗਰ ਕਿਸੇ NRI ਨੂੰ ਰਾਜ ਸਭਾ 'ਚ ਅਸੀਂ ਭੇਜ ਦਿੰਦੇ, ਆਮ ਆਦਮੀ ਪਾਰਟੀ ਭੇਜ ਦਿੰਦੀ ਹੈ, ਉਹਦੇ ਨਾਲ ਇੱਕ ਨਵੀਂ ਪਹਿਲ ਆਮ ਆਦਮੀ ਪਾਰਟੀ ਕਰਨ ਦੀ ਸਥਿਤੀ 'ਚ ਹੋਏਗੀ ਕਿ ਅਸੀਂ ਉਹ ਸਾਰੇ NRIs ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤਾ, ਅਸੀਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਔਰ ਰਾਜ ਸਭਾ 'ਚ ਆ ਕੇ NRIs ਆਪਣੇ ਮਸਲੇ, ਦੁਨੀਆ ਭਰ ਦੇ ਆਪਣੇ ਮਸਲੇ ਨੇ ਜਿਹੜੇ ਉਹ ਇਸ ਪਲੇਟਫਾਰਮ ਤੇ ਆ ਕੇ ਸਾਡੀ ਸਰਕਾਰ ਦੇ ਅੱਗੇ ਰੱਖਣਗੇ ਔਰ ਦੁਨੀਆ 'ਚ ਇੱਕ ਨਵੀਂ ਤਰ੍ਹਾਂ ਦਾ ਸੁਨੇਹਾ ਜਾਊਗਾ ਕਿ ਭਾਵੇਂ ਸਾਡੇ NRI ਕੈਨੇਡਾ ਦੇ ਵਿੱਚ ਮੰਤਰੀ ਨੇ, ਅਮਰੀਕਾ 'ਚ ਮੰਤਰੀ ਨੇ ਸਮੇਂ-ਸਮੇਂ ਤੇ, ਯੂਕੇ 'ਚ ਮੰਤਰੀ ਨੇ ਜਾਂ ਸਰਕਾਰਾਂ ਦਾ ਹਿੱਸਾ ਨੇ, ਮੇਅਰ ਨੇ, ਕੌਂਸਲਰ ਨੇ, ਤੇ ਅਸੀਂ ਉਹਨਾਂ ਨੂੰ ਰਾਜ ਸਭਾ 'ਚ ਭੇਜ ਕੇ ਇੱਕ ਮਾਣ ਦੇ ਸਕਦੇ ਹਾਂ। ਸੋ ਇਹ ਬੜੀ ਇੱਕ ਅੱਛੀ ਗੱਲ ਹੋਏਗੀ ਅਗਰ ਆਮ ਆਦਮੀ ਪਾਰਟੀ ਇਹ ਫੈਸਲਾ ਕਰਦੀ ਹੈ ਤਾਂ। ਜ਼ਰੂਰੀ ਨਹੀਂ, ਉਹ ਆਪਣੇ ਕਿਸੇ ਵਲੰਟੀਅਰ ਨੂੰ ਵੀ, NRI ਨੂੰ ਵੀ ਰਾਜ ਸਭਾ 'ਚ ਭੇਜ ਸਕਦੇ ਨੇ ਕਿਉਂਕਿ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਹੈ ਸਾਰਿਆਂ ਨੇ। ਹੁਣ ਇਸੇ ਤਰ੍ਹਾਂ ਕੀ ਪੰਜਾਬ 'ਚੋਂ ਆਮ ਆਦਮੀ ਪਾਰਟੀ ਕਿਸੇ ਕਿਸਾਨ ਆਗੂ ਨੂੰ ਭੇਜੇਗੀ? ਭਾਵੇਂ ਆਮ ਆਦਮੀ ਪਾਰਟੀ ਆਪਣੇ ਕਿਸਾਨ ਵਿੰਗ 'ਚੋਂ ਕਿਸੇ ਨੂੰ ਭੇਜ ਲੇ ਜਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 'ਚੋਂ ਕਿਸੇ ਨੂੰ ਭੇਜ ਲੇ। ਸਾਨੂੰ ਸਖਤ ਲੋੜ ਹੈ ਹਰਜੋਤ ਜੀ ਅਜਿਹੇ ਕਿਸਾਨ ਲੀਡਰਾਂ ਦੀ ਜਿਹੜੇ ਰਾਜ ਸਭਾ 'ਚ ਜਾ ਕੇ ਬੋਲਣ। ਦੇਖੋ ਭਗਵੰਤ ਮਾਨ ਰਾਜ ਸਭਾ 'ਚ ਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਰਹੇ ਨੇ ਔਰ ਦੇਸ਼ ਵੀ ਸਮਝਿਆ ਔਰ ਪੰਜਾਬ ਦੇ ਲੋਕ ਵੀ ਸਮਝੇ ਨੇ ਔਰ ਅੱਜ ਭਗਵੰਤ ਮਾਨ ਹੁਣੀ ਮੁੱਖ ਮੰਤਰੀ ਨੇ। ਸੋ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਹੋਣਾ ਦਾ ਮੈਂ ਕਹੂੰਗਾ ਇੱਕ ਵੱਡਾ ਟੈਸਟ ਹੈ। ਅਗਰ ਉਹ ਕਿਸਾਨ ਲੀਡਰ ਔਰ NRI ਵਿੰਗ ਦੇ ਕਿਸੇ ਆਗੂ ਨੂੰ ਭੇਜ ਦੇਣ ਰਾਜ ਸਭਾ 'ਚ ਤੇ ਬੜੀ ਚੰਗੀ ਗੱਲ ਹੋਏਗੀ ਔਰ ਆਪਣੀ ਪਾਰਟੀ ਦੇ ਨੂੰ ਭੇਜਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਜੀ ਜੀ ਬਿਲਕੁਲ ਸਹੀ ਤੁਸੀਂ ਗੱਲ ਕਹੀ। ਅਗਰ ਅਸੀਂ ਵੈਸੇ ਵੀ ਦੇਖੀਏ ਤਾਂ NRI ਭਾਈਚਾਰੇ ਵੱਲੋਂ ਪੰਜਾਬ ਦੇ ਵਿੱਚ ਵੀ ਕਈ ਵਿਕਾਸ ਕਾਰਜ ਕੀਤੇ ਗਏ ਨੇ। ਉਹ ਦੁੱਖ ਸਮਝਦੇ ਨੇ ਪੰਜਾਬ ਦਾ, ਪੰਜਾਬ ਦੇ ਕਈ ਪਿੰਡਾਂ ਦਾ ਵਿਕਾਸ ਜੋ ਹੈ NRI ਭਾਈਚਾਰੇ ਵੱਲੋਂ ਕੀਤਾ ਗਿਆ। ਸੋ ਵਾਕਈ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੁਣ ਕਲੀਅਰ ਹੋ ਜਾਏਗਾ ਕਿ ਅਰਵਿੰਦ ਕੇਜਰੀਵਾਲ ਜਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਜੋ ਹੈ ਫੈਸਲਾ ਲੈਂਦੇ ਨੇ ਇਸ ਉੱਪਰ। ਪਰ ਅੱਗੋਂ ਆਪਾਂ ਅਗਲੀ ਖਬਰ ਵੱਲ ਅਗਰ ਵਧੀਆ ਗੱਲ ਕਰੀਏ ਤਾਂ ਸੰਗਰੂਰ ਦੀ ਉਪ ਚੋਣਾਂ ਨੂੰ ਹੁਣ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਕਿਉਂਕਿ ਜਦੋਂ ਅਸੀਂ ਸਾਰੇ ਜਾਣਦੇ ਹਾਂ ਕਿ ਕੱਲ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪੰਥਕ ਇਕੱਠ ਕੀਤਾ ਗਿਆ ਸੀ ਤਾਂ ਸੁਖਬੀਰ ਸਿੰਘ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਕਿਤੇ ਨਾ ਕਿਤੇ ਨਜ਼ਦੀਕੀਆਂ ਕੁਝ ਨਜ਼ਰ ਆਈਆਂ ਨੇ। ਕੀ ਆਪਾਂ ਇਸ ਤੋਂ ਇੱਕ ਅੰਦਾਜ਼ਾ ਇਹ ਲਗਾ ਸਕਦੇ ਹਾਂ ਕਿ ਸੁਖਬੀਰ ਬਾਦਲ ਸ਼ਾਇਦ ਇਹ ਚੀਜ਼ ਸਮਝ ਗਏ ਨੇ ਕਿ ਅਗਰ ਹੁਣ ਮੈਂ ਸਿੱਖ ਕੌਮ ਦੇ ਮੁੱਦਿਆਂ ਤੇ ਖੜਾ ਹੋਵਾਂਗਾ ਤਾਂ ਹੀ ਜੋ ਹੈ ਪੱਕਾ ਵੋਟ ਬੈਂਕ ਮੈਨੂੰ ਅੱਗੋਂ ਲਈ ਮਿਲੇਗਾ? ਦੇਖੋ ਤੁਸੀਂ ਫੇਰ ਬਹੁਤ ਵੱਡਾ ਸਵਾਲ ਕੀਤਾ ਹੈ ਸੁਖਬੀਰ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹਿਲਾਂ ਕਹਿ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹਦੀ ਬਹੁਤ ਵੱਡੀ ਭੂਮਿਕਾ ਦੇਸ਼ ਦੀ ਆਜ਼ਾਦੀ ਸਮੇਂ ਤੋਂ ਰਹੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਹਿਰ ਸੀ ਉਹਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਖੜਾ ਕੀਤਾ ਗਿਆ, ਤਿਆਰ ਕੀਤਾ ਗਿਆ ਜੀ। ਔਰ ਸ਼੍ਰੋਮਣੀ ਅਕਾਲੀ ਦਲ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇੱਕ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਸਿੱਖ ਭਾਈਚਾਰੇ ਦੀ। ਹੁਣ ਸਵਾਲ ਇੱਥੇ ਇਹ ਹੈ ਕਿ ਜਿਹੜਾ ਪੰਥਕ ਇਕੱਠ ਹੋਇਆ ਉਹ ਬੜਾ ਪ੍ਰਭਾਵਸ਼ਾਲੀ ਰਿਹਾ। ਉਹਦੇ 'ਚ ਵੱਖ-ਵੱਖ ਸਿੱਖ ਸੰਗਠਨ, ਰਾਜਨੀਤਿਕ, ਗੈਰ ਰਾਜਨੀਤਿਕ, ਉਹ ਸਾਰੇ ਉੱਥੇ ਇਕੱਠੇ ਹੋਏ। ਭਾਵੇਂ ਬੰਦੀ ਸਿੰਘਾਂ ਦਾ ਮਸਲਾ ਸੀ ਜਾਂ ਸਿੱਖ ਕੌਮ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ ਉਹ ਸੀ, ਭਾਵੇਂ ਉਹਨਾਂ ਦੀਆਂ ਲੰਮੇ ਸਮੇਂ ਤੋਂ ਜਿਹੜੀਆਂ ਮੰਗਾਂ ਚੱਲ ਰਹੀਆਂ ਨੇ ਉਹਦੇ ਨਾਲ ਸੰਬੰਧਿਤ ਮੁੱਦੇ ਸੀ, ਉਹਨਾਂ ਦੇ ਉੱਪਰ ਖੁੱਲ ਕੇ ਗੱਲ ਹੋਈ। ਭਾਵੇਂ ਸਿਮਰਨਜੀਤ ਸਿੰਘ ਮਾਨ ਨੇ ਫਿਰ ਉਹ ਗੱਲ ਰੱਖੀ, ਉਹ ਮਤੇ ਦੀ ਗੱਲ ਉਹਨਾਂ ਨੇ ਉੱਥੇ ਛੇੜੀ ਜਿਹਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ, ਜਿਹੜਾ ਅੱਜ ਕੱਲ ਖੂਬ ਚਰਚਾ 'ਚ ਹੈ। ਇਸ ਸਭ ਦੇ ਬਾਵਜੂਦ ਭਾਰਤ ਦਾ ਸੰਵਿਧਾਨ ਜਿਹੜੀ ਗੱਲ ਦੀ ਇਜਾਜ਼ਤ ਦਿੰਦਾ ਹੈ, ਜਿਸ ਗੱਲ ਤੇ ਡਿਬੇਟ ਡਿਸਕਸ਼ਨ ਦੀ ਇਜਾਜ਼ਤ ਦਿੰਦਾ ਹੈ, ਉਹਨਾਂ ਸਾਰੀਆਂ ਗੱਲਾਂ ਤੇ ਉੱਥੇ ਵਿਚਾਰ ਹੋਇਆ, ਚਿੰਤਨ ਹੋਇਆ। ਹੁਣ ਸੰਗਰੂਰ ਵਾਲੇ ਸਵਾਲ ਤੇ ਮੈਂ ਨਾਲ ਦੀ ਨਾਲ ਬਾਹਰ ਆਉਣਾ ਜੀ। ਹੁਣ ਸੰਗਰੂਰ ਦੇ ਵਿੱਚ ਕੀ ਇਸ ਪੰਥਕ ਇਕੱਠ ਦੀ ਏਕਤਾ ਸੰਗਰੂਰ ਦੀ ਉਪ ਚੋਣ 'ਚ ਪਹੁੰਚੂਗੀ? ਉੱਥੇ ਇਹ ਏਕਤਾ ਨਜ਼ਰ ਆਊਗੀ? ਉਹ ਇਸ ਲਈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਭਗਵੰਤ ਮਾਨ ਉਹਨਾਂ ਦੀ ਸਥਿਤੀ ਚੰਗੀ ਹੈ,
ਸਰਕਾਰ ਕਈ ਫੈਸਲੇ ਚੰਗੇ ਕਰ ਰਹੀ ਹੈ, ਕਈ ਫੈਸਲਿਆਂ ਤੇ ਕਿੰਤੂ ਪਰੰਤੂ ਵੀ ਹੈ, ਪਰ ਉਪ ਚੋਣ ਆਮ ਤੌਰ ਤੇ ਉਹ ਧਿਰ ਜਿੱਤਦੀ ਹੈ ਜਿਸ ਦੀ ਸਰਕਾਰ ਹੁੰਦੀ ਹੈ। ਪਿਛਲੇ ਸਮਿਆਂ 'ਚ ਜਿਹੜੀਆਂ ਜ਼ਿਮਨੀ ਚੋਣਾਂ ਸੀ ਉਹ 'ਚ ਕਾਂਗਰਸ ਤੇ ਅਕਾਲੀ ਦਲ ਜਿੱਤਦੇ ਰਹੇ ਨੇ। ਆਮ ਆਦਮੀ ਪਾਰਟੀ ਦੀ ਕਈ ਵਾਰ ਜ਼ਮਾਨਤ ਵੀ ਜ਼ਬਤ ਹੋਈ ਹੈ ਉਪ ਚੋਣਾਂ 'ਚ ਪੰਜਾਬ 'ਚ, ਪਰ ਹੁਣ ਸਥਿਤੀਆਂ ਬਦਲ ਗਈਆਂ। ਹੁਣ ਇਸ ਉਪ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਾਅਵਾ ਸੁਖਬੀਰ ਜੀ ਵੱਡਾ ਹੈ, ਪਰ ਕੀ ਸਾਨੂੰ ਇਹ ਵੇਖਣ ਨੂੰ ਮਿਲੂਗਾ ਜਿਵੇਂ ਸੁਖਬੀਰ ਬਾਦਲ, ਸਿਮਰਜੀਤ ਸਿੰਘ ਮਾਨ ਤੇ ਹੋਰ ਲੀਡਰ ਇੱਕਮਿਕ ਨਜ਼ਰ ਆਏ, ਇਕੱਠੇ ਨਜ਼ਰ ਆਏ ਵੱਖ-ਵੱਖ ਮੁੱਦਿਆਂ ਤੇ? ਕੀ ਅਜਿਹੀ ਸਥਿਤੀ ਬਣੂਗੀ ਕਿ ਅਕਾਲੀ ਦਲ ਵੱਡੀ ਹਿੰਮਤ ਵਿਖਾ ਕੇ ਸੰਗਰੂਰ ਦੀ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰਦੇ? ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਚਰਚਾਵਾਂ ਇਹ ਨੇ ਕਿ ਸਿਮਰਨਜੀਤ ਸਿੰਘ ਮਾਨ ਚੋਣ ਲੜਨਗੇ ਸੰਗਰੂਰ ਦੀ। ਇਹ ਚਰਚਾਵਾਂ ਨੇ, ਉਹ ਪਹਿਲਾਂ ਵੀ ਉੱਥੋਂ MP ਵੀ ਰਹੇ ਨੇ, ਉਹ ਕਈ ਵਾਰ ਚੋਣ ਲੜੀ ਆ ਉਹਨਾਂ ਨੇ। ਹੁਣ ਕੀ ਉਹ ਦੁਬਾਰਾ ਸੰਗਰੂਰ ਤੋਂ ਚੋਣ ਲੜਨਗੇ? ਤਿਆਰੀਆਂ, ਸੰਭਾਵਨਾਵਾਂ ਹੈਗੀਆਂ ਨੇ। ਅਜਿਹੀ ਸੂਰਤ ਅਕਾਲੀ ਦਲ ਕੀ ਇਸ ਵਾਰ ਜ਼ਿਮਨੀ ਚੋਣ ਆਪ ਨਾ ਲੜਦੇ ਹੋਏ ਇਹ ਵੱਡੀ ਪਹਿਲ ਕਦਮੀ ਕਰ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰੇ? ਪਰ ਅਗਰ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰਦਾ ਹੈ, ਫਿਰ ਕਿਤੇ ਨਾ ਕਿਤੇ ਜਿਹੜੀਆਂ ਦੂਸਰੇ ਅਕਾਲੀ ਦਲ ਨੇ, ਭਾਵੇਂ ਸੁਖਦੇਵ ਸਿੰਘ ਢੀਂਡਸਾ ਵਾਲਾ ਅਕਾਲੀ ਦਲ ਹੈ, ਭਾਵੇਂ ਦੂਸਰੀਆਂ ਜਥੇਬੰਦੀਆਂ ਨੇ, ਕੀ ਫਿਰ ਉਹਨਾਂ ਦੇ ਉੱਤੇ ਵੀ ਇਸ ਗੱਲ ਦਾ ਸਮਾਜਿਕ ਦਬਾਅ ਬਣੇਗਾ ਕਿ ਇੱਕ ਉਮੀਦਵਾਰ ਦੇ ਨਾਲ ਇਸ ਵਾਰ ਸਾਨੂੰ ਜਾਣਾ ਚਾਹੀਦਾ ਹੈ? ਬਿਲਕੁਲ ਬਿਲਕੁਲ। ਵੱਖ-ਵੱਖ ਸਿੱਖ ਸੰਗਠਨਾਂ ਦੀ ਵੀ ਇਸ ਦਿਸ਼ਾ ਦੇ ਵਿੱਚ ਮੰਗ ਉੱਠੇਗੀ। ਇਹ ਉੱਠ ਸਕਦੀ ਹੈ। ਇਹ ਚਰਚਾਵਾਂ ਪੋਲੀਟੀਕਲ ਸਰਕਲ ਦੇ ਵਿੱਚ ਹੋ ਰਹੀਆਂ ਨੇ। ਉਹ ਠੀਕ ਹੈ ਕਿ ਅਕਾਲੀ ਦਲ ਦੇ ਇੱਕ ਦੋ ਲੀਡਰਾਂ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਜੀ ਅਕਾਲੀ ਦਲ ਤਾਂ ਹਮੇਸ਼ਾ ਚੋਣ ਲੜਦਾ ਹੈ, ਇਸ ਵਾਰ ਵੀ ਲੜ ਸਕਦਾ ਹੈ। ਆਖਰੀ ਫੈਸਲਾ ਨਹੀਂ ਹੋਇਆ। ਮੈਂ ਇੱਕ ਸੰਭਾਵਨਾ ਤੇ ਗੱਲ ਕਰ ਰਿਹਾ। ਹੋ ਸਕਦਾ ਹੈ ਕੁਝ ਅਕਾਲੀ ਦਲ ਦੇ ਲੀਡਰਾਂ ਨੂੰ ਮੇਰੀ ਗੱਲ ਪਸੰਦ ਨਾ ਆਵੇ, ਪਰ ਸਿਮਰਨਜੀਤ ਸਿੰਘ ਮਾਨ ਦਾ ਔਰ ਸੁਖਬੀਰ ਸਿੰਘ ਬਾਦਲ ਦਾ ਨੇੜੇ ਦਿਖਣਾ, ਬਿਲਕੁਲ, ਔਰ ਬੁਰੀ ਤਰ੍ਹਾਂ ਨਾਲ ਜਿਹੜੀ ਹਾਰ ਹੋਈ ਹੈ ਅਕਾਲੀ ਦਲ ਦੀ, ਉਸ ਤੋਂ ਬਾਅਦ ਅਕਾਲੀ ਦਲ ਨੂੰ ਦੁਬਾਰਾ ਪੰਥਕ ਮੁੱਦਿਆਂ ਦੇ ਉੱਤੇ ਸੁਰਜੀਤ ਕਰਨਾ, ਬਿਲਕੁਲ ਇਹ ਤਜਰਬਾ ਅਕਾਲੀ ਦਲ ਕੀ ਕਰ ਸਕੇਗਾ? ਅਗਰ ਅਜਿਹੀ ਗੱਲ ਬਣਦੀ ਹੈ, ਅਜਿਹੀ ਸੰਭਾਵਨਾ ਬਣਦੀ ਹੈ ਹਰਜੋਤ ਜੀ, ਅਗਰ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ, ਉਹਦੇ 'ਚ ਸਿਮਰਨਜੀਤ ਸਿੰਘ ਮਾਨ ਹੈ, ਉਹਦੇ 'ਚ ਸੁਖਦੇਵ ਸਿੰਘ ਢੀਂਡਸਾ ਨੇ, ਉਹਦੇ 'ਚ ਸੁਖਬੀਰ ਸਿੰਘ ਬਾਦਲ ਨੇ, ਬਿਲਕੁਲ, ਤੇ ਫਿਰ ਇੱਕ ਪਾਸੇ BJP ਰਹੇਗੀ, ਇੱਕ ਪਾਸੇ ਕਾਂਗਰਸ, ਤੇ ਫਿਰ ਇੱਕ ਪਾਸੇ ਆਮ ਆਦਮੀ ਪਾਰਟੀ। ਹੁਣ ਬਿਲਕੁਲ ਚਾਰ ਕੋਣੀ ਮੁਕਾਬਲਾ ਵੀ ਬੜਾ ਦਿਲਚਸਪ ਬਣ ਸਕਦਾ ਹੈ। ਫਿਰ ਮੈਨੂੰ ਇਹ ਲੱਗਦਾ ਹੈ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਤੇ ਸਿਆਸਤ ਦੇ ਵਿੱਚ ਸੰਗਰੂਰ 'ਚ ਅੱਗੇ ਵਧਿਆ ਜਾ ਸਕਦਾ ਹੈ। ਇੱਕ ਸੰਭਾਵਨਾ ਹੈ। ਹਾਲਾਂਕਿ BJP ਵਾਲੇ ਨੂੰ ਲੱਗਦਾ ਹੈ ਕਿ ਅਸੀਂ ਇਸ ਵਾਰ ਸਿੱਧੇ ਮੁਕਾਬਲੇ 'ਚ ਅਕਾਲੀ ਦਲ ਆਮ ਆਦਮੀ ਪਾਰਟੀ ਨਾਲ। BJP ਦੇ ਲੀਡਰਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਬਹੁਤ ਪਛੜ ਗਿਆ। ਕਾਂਗਰਸ ਨੂੰ ਇਹ ਲੱਗਦਾ ਹੈ ਕਿ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਬਿਜਲੀ ਦੇ ਮਸਲੇ ਤੇ ਜਨਰਲ ਵਰਗ ਨੂੰ ਖੁਸ਼ ਨਹੀਂ ਕੀਤਾ, ਖੁਸ਼ ਨਹੀਂ ਹੋ ਸਕਿਆ ਜਨਰਲ ਵਰਗ, ਉਹ ਇਹ ਮੰਨਦੇ ਨੇ। ਜੀ ਜੀ। ਕਾਂਗਰਸ ਨੂੰ ਇਹ ਲੱਗਦਾ ਵੀ ਅਸੀਂ ਯੂਨਾਈਟ ਹੋ ਗਏ ਹਾਂ, ਅਸੀਂ ਇਕੱਠੇ ਹੋ ਕੇ ਚੋਣ ਲੜਾਂਗੇ, ਐਂਟੀ ਇਨਕੰਬੈਂਸੀ ਬਣ ਗਈ, 1000 ਰੁਪਏ ਖਾਤਿਆਂ 'ਚ ਨਹੀਂ ਆਏ, ਸਾਰਿਆਂ ਦੀ ਬਿਜਲੀ ਨਹੀਂ ਮਾਫ ਹੋਈ, ਸਤੰਬਰ ਅਕਤੂਬਰ 'ਚ ਵੋਟਾਂ ਪੈ ਸਕਦੀਆਂ ਨੇ, ਜੁਲਾਈ ਤੋਂ ਬਿਜਲੀ ਦੇ ਜਿਹੜੇ ਬਿਜਲੀ ਮਾਫੀ ਦੀ ਯੋਜਨਾ ਸ਼ੁਰੂ ਹੋਣੀ ਹੈ। ਸੋ ਜੁਲਾਈ ਔਰ ਅਗਸਤ, ਸਤੰਬਰ 'ਚ ਬਿੱਲ ਆਉਣੇ ਸ਼ੁਰੂ ਹੋ ਜਾਣੇ ਨੇ। ਕਿੰਨੇ ਕੁ ਲੋਕਾਂ ਦੇ ਬਿੱਲ ਮਾਫ ਹੁੰਦੇ ਨੇ? ਬਿਲਕੁਲ 300 ਰੁਪਏ 300 ਯੂਨਿਟ ਪ੍ਰਤੀ ਮਹੀਨੇ ਦੇ ਹਿਸਾਬ ਨਾਲ। ਇਹ ਵੀ ਸਮੀਕਰਨ ਕਦ ਤੱਕ ਸਾਹਮਣੇ ਆ ਜਾਣੇ ਲੋਕਾਂ ਦੇ। ਸੋ ਮੈਨੂੰ ਇਹ ਲੱਗਦਾ ਕਿ ਕੈਲਕੂਲੇਸ਼ਨ ਸਾਰੀਆਂ ਪਾਰਟੀਆਂ ਪੋਲੀਟੀਕਲ ਕੈਲਕੂਲੇਸ਼ਨਸ ਕਰ ਰਹੀਆਂ ਨੇ, ਔਰ ਮੇਰਾ ਇਹ ਮੰਨਣਾ ਹੈ ਕਿ ਅਗਰ ਸੁਖਬੀਰ ਬਾਦਲ, ਸਿਮਰਨਜੀਤ ਸਿੰਘ ਮਾਨ ਔਰ ਬਾਕੀ ਸਿੱਖ ਸੰਗਠਨ ਇਕੱਠੇ ਹੋ ਕੇ ਅਗਰ ਇੱਕ ਧਿਰ ਦੇ ਨਾਲ ਚਲੇ ਜਾਣ, ਸਿਮਰਨਜੀਤ ਸਿੰਘ ਮਾਨ ਨੂੰ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਉਹ ਸਰਗਰਮ ਨੇ। ਅਕਾਲੀ ਦਲ ਕੋਲੇ ਇਸ ਵਕਤ ਕੋਈ ਬਹੁਤ ਨਾਮੀ ਚਿਹਰੇ ਮੈਨੂੰ ਨਜ਼ਰ ਵੀ ਨਹੀਂ ਆ ਰਹੇ। ਅਜਿਹੀ ਸੂਰਤ ਦੇ ਵਿੱਚ ਅਗਰ ਉਪ ਚੋਣ ਲੜੀ ਜਾਂਦੀ ਹੈ ਤੇ ਫਿਰ ਅਕਾਲੀ ਦਲ ਔਰ ਸਾਰੀਆਂ ਪੰਥਕ ਧਿਰਾਂ ਸਿੱਖ ਭਾਈਚਾਰੇ ਨਾਲ ਜੁੜੇ ਮੁੱਦੇ ਉਭਾਰ ਕੇ
ਬੀਜੇਪੀ ਦਾ ਮੁਕਾਬਲਾ ਵੀ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਆਮ ਆਦਮੀ ਪਾਰਟੀ ਨੂੰ ਵੀ ਮੁੱਦਿਆਂ ਤੇ ਘੇਰ ਸਕਦੇ ਨੇ। ਬਾਕੀ ਹਜੇ ਵਕਤ ਹੈ, ਪਰ ਮੈਂ ਜੋ ਕੁਝ ਪੰਥਕ ਇਕੱਠ ਦੇ ਵਿੱਚ ਹੋਇਆ, ਏਕਤਾ ਨਜ਼ਰ ਆਈ, ਮੈਂ ਉਸ ਗੱਲ ਨੂੰ ਅੱਗੇ ਵਧਾ ਕੇ ਵੱਖ-ਵੱਖ ਚਰਚਾਵਾਂ ਦੇ ਆਧਾਰ ਦੇ ਉੱਤੇ ਆਪਣੀ ਗੱਲ ਕਰ ਰਿਹਾ। जी 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 बिल्कुल तुसी सही गल कही है, क्योंकि सारी राजनीतिक पार्टियां जो होंदियां अपने जोड़ तोड़ अपने तौर ते लगा ही रहे होंदे कि अगों आने वाले समय विच आपां किवें जो है जित दा सेहरा अपने सिर बन सकीए। ते इस समय लोड़ भी है बाकी सारी पार्टियां नूं अपना मंथन करन दी कि कित्थे साडी कमी रही सी ते किवें असीं अगों खुद नूं वधिया बेहतर बना के पंजाब दी जनता दा एक विश्वास जित सकदे हां। ते अगों अगर गल करिए तां मोहाली हमले तो बाद जो है हुण पंजाब दे 23 ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। 23 ਜ਼ਿਲ੍ਹਿਆਂ ਦੇ ਤਕਰੀਬਨ 170 ਇਮਾਰਤਾਂ ਵਿੱਚ ਸੁਰੱਖਿਆ ਵਧਾਈ ਜਾ ਰਹੀ ਹੈ। ਤੇ ਇਸ ਨੂੰ ਦੇਖ ਕੇ ਕੀ ਕਹੋਗੇ ਤੁਸੀਂ ਕਿ ਕੀ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਵਾਕਈ ਅਸੀਂ ਇੱਕ ਤਾਂ ਚਲੋ ਸ਼ਲਾਘਾਯੋਗ ਕਦਮ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਤੇ ਜਾਂ ਭਗਵੰਤ ਮਾਨ ਦੇ ਉੱਪਰ ਹੁਣ ਤੱਕ ਵਿਰੋਧੀਆਂ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਸੀ ਕਿ ਉਹਨਾਂ ਦੀ ਸਰਕਾਰ ਦੇ ਆਂਦਿਆਂ ਹੀ ਜੋ ਹੈ ਪੰਜਾਬ ਦੇ ਤਣਾਅਪੂਰਨ ਹਾਲਾਤ ਬਣਦੇ ਪਏ ਨੇ। ਤੇ ਉਸ ਨੂੰ ਵੇਖਦਿਆਂ ਹੋਇਆ ਪਹਿਲਾਂ ਤੋਂ ਹੀ ਇਹ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ, ਬਲੂਪ੍ਰਿੰਟ ਤਿਆਰ ਕੀਤੇ ਜਾ ਰਹੇ ਨੇ। ਬਿਲਕੁਲ, ਦੇਖੋ 170 ਇਮਾਰਤਾਂ ਦੀ ਪਛਾਣ ਕੀਤੀ ਹੈ ਜੀ 23 ਜ਼ਿਲ੍ਹਿਆਂ ਦੇ ਵਿੱਚ, ਔਰ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਇਮਾਰਤਾਂ ਉਹ ਨੇ ਜਿਨ੍ਹਾਂ ਦਾ ਸੰਬੰਧ ਜਾਂ ਤਾਂ ਪੁਲਿਸ ਨਾਲ ਹੈ ਜਾਂ ਸਾਡੇ ਇੰਟੈਲੀਜੈਂਸ ਨਾਲ ਜੁੜੇ ਅਦਾਰੇ ਨੇ। ਇਹਨਾਂ ਦੇ ਵਿੱਚੋਂ ਸਾਡੇ ਬਹੁਤ ਅਹਿਮੀਅਤ ਵਾਲੇ ਜਿਹੜੇ ਸੈਕਟਰੀਏਟਸ ਵੀ ਨੇ, ਇਹਨਾਂ ਦੇ ਵਿੱਚੋਂ ਸਾਡੀਆਂ ਜਿਹੜੀਆਂ ਹੈਰੀਟੇਜ ਇਮਾਰਤਾਂ ਨੇ ਉਹ ਵੀ ਨੇ। ਸੋ 170 ਦੇ ਕਰੀਬ ਇਮਾਰਤਾਂ ਦੀ ਚੋਣ ਕੀਤੀ ਗਈ ਹੈ, ਔਰ 2000 ਦੇ ਕਰੀਬ ਮੁਲਾਜ਼ਮਾਂ ਦੀ ਜਿਹੜੀ ਤੈਨਾਤੀ ਹੈ ਉਹਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ। ਸਾਨੂੰ ਪਤਾ ਹੈ, ਦੇਖੋ ਪਠਾਨਕੋਟ ਦੇ ਵਿੱਚ ਉੱਥੇ 에ਅਰ ਬੇਸ ਦੇ ਉੱਤੇ ਕੋਸ਼ਿਸ਼ ਹੋਈ ਦਹਿਸ਼ਤਗਰਦਾਂ ਵੱਲੋਂ ਕੁਝ ਸਾਲ ਪਹਿਲਾਂ। ਉਸ ਤੋਂ ਬਾਅਦ ਅਸੀਂ ਇਹ ਵੀ ਦੇਖਿਆ ਕਿ ਸਾਡੇ ਕਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਉੱਪਰ ਜਿਹੜੇ ਟਾਰਗੇਟ ਕੀਤੇ ਗਏ, ਨਿਸ਼ਾਨੇ ਲਾਏ ਗਏ। ਤੁਸੀਂ ਦੇਖੋ ਸਨਅਤੀ ਕੇਂਦਰ ਲੁਧਿਆਣਾ ਵਿਖੇ ਕੁਝ ਦਿਨ ਪਹਿਲਾਂ, ਚੋਣਾਂ ਤੋਂ ਪਹਿਲਾਂ, ਜਿਹੜੀ ਇੱਕ ਕਚਹਿਰੀਆਂ ਦੀ ਇਮਾਰਤ ਸੀ ਉਹਦੇ ਵਿੱਚ ਇੱਕ ਧਮਾਕੇ ਦੀ ਖਬਰ ਸਾਹਮਣੇ ਆਈ ਸੀ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਉਹਦੀ ਜਾਂਚ ਵੀ ਕਰ ਰਹੀ ਹੈ। ਸੋ ਹੁਣ ਇੰਟੈਲੀਜੈਂਸ ਦੇ ਦਫ਼ਤਰ ਤੇ ਇੱਕ ਵਾਰੀ ਫੇਰ ਹਮਲਾ। ਸੋ 170 ਇਮਾਰਤਾਂ ਦੀ ਸੂਚੀ ਬਣਾਈ ਹੈ। 2000 ਦੇ ਕਰੀਬ ਇਹਦੇ ਤੇ ਜਿਹੜੀ ਮੈਨ ਪਾਵਰ ਹੈ ਉਹਨਾਂ ਦੀ ਤੈਨਾਤੀ ਕੀਤੇ ਜਾਣ ਦੀ ਯੋਜਨਾ ਹੈ, ਤਾਂ ਕਿ ਲਗਾਤਾਰ ਨਜ਼ਰ ਰੱਖ ਸਕਣ ਇਹ ਮੁਲਾਜ਼ਮ ਵੱਖ-ਵੱਖ ਤਰੀਕਿਆਂ ਦੇ ਨਾਲ। ਇਹਦੇ ਵਿੱਚ ਇਹ 2000 ਲੋਕ ਇੰਟੈਲੀਜੈਂਸ ਜਾਂ ਸਰਕਾਰੀ ਮਹਿਕਮਿਆਂ ਦੀ ਚੌਕਸੀ ਨਿਗਰਾਨੀ ਸਾਇੰਟਿਫਿਕ ਤਰੀਕੇ ਨਾਲ ਵੀ ਰੱਖ ਸਕਣਗੇ। ਸੋ 170 ਇਮਾਰਤਾਂ ਪਿੱਛੇ 2000 ਲੋਕ ਨੇ ਜਿਹੜੇ ਬਦਲ ਕੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਲਾਈਆਂ ਜਾ ਸਕਦੀਆਂ ਨੇ। ਪਰ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਥ੍ਰੈਟ ਹੈ ਸਰਹੱਦ ਪਾਰ ਤੋਂ ਪੰਜਾਬ ਨੂੰ, ਉਹ ਬਹੁਤ ਵੱਡੀ ਹੈ, ਔਰ ਸਾਰੀਆਂ ਘਟਨਾਵਾਂ ਦਾ ਸੰਬੰਧ ਕਿਤੇ ਨਾ ਕਿਤੇ ਸਰਹੱਦ ਪਾਰ ਨਾਲ ਜੁੜ ਰਿਹਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਡਰੋਨ ਲਗਾਤਾਰ ਆ ਰਹੇ ਨੇ, ਡਰੋਨ ਹਥਿਆਰ ਵੀ ਲੈ ਕੇ ਆ ਰਹੇ ਨੇ, ਐਕਸਪਲੋਸਿਵ ਵਿਸਫੋਟਕ ਲੈ ਕੇ ਆ ਰਹੇ ਨੇ, ਨਸ਼ਾ ਵੀ ਲੈ ਕੇ ਆ ਰਹੇ ਨੇ। ਹੁਣ ਜਦੋਂ ਵੀ ਆਏ ਦਿਨ ਸਾਨੂੰ ਘਟਨਾਵਾਂ ਦੇਖ ਰਹੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦਾ ਹੈ ਤੇ ਜਦੋਂ ਸਾਡੀਆਂ ਸਿਕਿਉਰਿਟੀ ਏਜੰਸੀਆਂ ਉਹਨੂੰ ਕਾਊਂਟਰ ਕਰਦੀਆਂ ਨੇ ਤੇ ਫਿਰ ਉਹ ਡਰੋਨ ਵਾਪਸ ਜਾਂਦਾ ਹੈ। ਸੋ ਡਰੋਨ ਇੱਕ ਜ਼ਰੀਆ ਬਣ ਗਏ ਨੇ ਹਥਿਆਰਾਂ ਦੀ, ਵਿਸਫੋਟਕਾਂ ਦੀ ਔਰ ਨਸ਼ੇ ਦੀ ਸਪਲਾਈ ਦੀ, ਔਰ ਸਾਨੂੰ ਜ਼ਰੂਰ ਇਹਦੇ ਤੇ ਚੌਕਸੀ ਰੱਖਣ ਦੀ ਲੋੜ ਹੈ। ਉਧਰ ਮੈਂ ਇੱਕ ਜੰਮੂ ਕਸ਼ਮੀਰ ਦੀ ਘਟਨਾ ਵੀ ਅੱਜ ਨਾਲ ਜੋੜਨਾ ਚਾਹੂੰਗਾ। ਕੱਲ ਜੰਮੂ ਕਸ਼ਮੀਰ ਦੇ ਬਡਗਾਮ ਇਲਾਕੇ ਦੇ ਵਿੱਚ ਉੱਥੇ ਵੀ ਦੇਸ਼ ਵਿਰੋਧੀ ਲੋਕਾਂ ਵੱਲੋਂ ਇੱਕ ਕਸ਼ਮੀਰੀ ਭਾਈਚਾਰੇ ਦੇ ਕਸ਼ਮੀਰੀ ਪੰਡਿਤ ਭਰਾ ਇੱਕ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ। ਇੱਕ ਸਰਕਾਰੀ ਮੁਲਾਜ਼ਮ ਸੀਗੇ, ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਇਹ ਦੁਨੀਆ ਤੋਂ ਚਲੇ ਗਏ। ਪਰ ਹਜੇ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਉੱਥੋਂ ਦੇ ਜਿਹੜੇ ਦੇਸ਼ ਵਿਰੋਧੀ ਲੋਕਾਂ ਦੀ ਕੋਸ਼ਿਸ਼ ਹੈ ਉਹ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਆ। ਉੱਥੇ ਜਿਹੜਾ ਕਸ਼ਮੀਰੀ ਪੰਡਿਤ ਭਾਈਚਾਰਾ ਹੈ ਉਹ ਘੱਟ ਗਿਣਤੀ ਦੇ ਵਿੱਚ ਆਉਂਦਾ ਹੈ। ਸੋ ਉੱਥੇ ਵੀ ਸਾਨੂੰ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ। ਹਾਲਾਂਕਿ ਫੌਜ ਵੱਲੋਂ ਲਗਾਤਾਰ ਉੱਥੇ ਵੀ ਚੌਕਸੀ ਬਣਾਈ ਜਾ ਰਹੀ ਹੈ। ਪਰ ਮੈਂ ਕਹਿਣਾ ਇਹ ਚਾਹ ਰਿਹਾ ਕਿ ਕਿਉਂਕਿ ਪਾਕਿਸਤਾਨ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ ਅਗਲੇ 6 ਮਹੀਨੇ, ਸਾਲ, 1.5 ਸਾਲ ਦੇ ਵਿੱਚ। ਸਰਕਾਰ ਬਦਲੀ ਹੈ, ਉਸ ਸਰਕਾਰ ਦੀ ਸਥਿਰਤਾ ਦੀ ਵੀ ਕੋਈ ਗਰੰਟੀ ਨਹੀਂ। ਔਰ ਪਿਛਲੇ ਜਦੋਂ ਦੀ ਸਰਕਾਰ ਬਦਲੀ ਹੈ ਪਾਕਿਸਤਾਨ 'ਚ ਜਾਂ ਸਰਕਾਰ ਬਦਲਣ ਦੀਆਂ ਕੋਸ਼ਿਸ਼ਾਂ ਸੀ, ਉਹਨਾਂ ਦਿਨਾਂ ਦੇ ਵਿੱਚੋਂ ਵੀ ਅਸੀਂ ਮਹਿਸੂਸ ਕੀਤਾ ਕਿ
ਸਰਹੱਦ ਪਾਰ ਤੋਂ ਸਾਨੂੰ ਜ਼ਿਆਦਾ ਹਮਲੇ ਮਹਿਸੂਸ ਹੋ ਰਹੇ ਨੇ, ਭਾਵੇਂ ਡਰੋਨ ਦੇ ਨੇ, ਭਾਵੇਂ ਵਿਸਫੋਟਕ ਸਾਨੂੰ ਇੱਧਰ ਭੇਜੇ ਜਾ ਰਹੇ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ, ਸੋ ਜ਼ਿਆਦਾ ਨਜ਼ਰ ਆ ਰਹੇ ਨੇ। ਔਰ ਇਹੀ ਕੋਸ਼ਿਸ਼ ਜੰਮੂ ਕਸ਼ਮੀਰ ਵਾਲੇ ਪਾਸੇ ਵੀ ਹੈ, ਜਿਹੜੇ ਦੂਜੇ ਪਾਸੇ ਦਹਿਸ਼ਤਗਰਦ ਨੇ, ਜਿਹੜੇ ਮਾਹੌਲ ਜੰਮੂ ਕਸ਼ਮੀਰ ਦਾ ਵੀ ਖਰਾਬ ਕਰਨਾ ਚਾਹੁੰਦੇ ਨੇ, ਸੋ ਉਹਨਾਂ ਦੀ ਵੀ ਕੋਸ਼ਿਸ਼ ਹੈ ਹਾਲਾਤ ਖਰਾਬ ਕਰਨ ਦੀ ਹੈ। ਔਰ ਜਿਹੜੇ ਅੰਕੜੇ ਕਹਿੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੇਸ਼ ਵਿਰੋਧੀ ਲੋਕ ਸੀ, ਜਿਹੜੇ ਨਿਸ਼ਾਨਾ ਬਣਾਉਂਦੇ ਸੀ ਜੰਮੂ ਕਸ਼ਮੀਰ 'ਚ ਸਾਡੇ ਨਾਗਰਿਕਾਂ ਨੂੰ, ਉਹਨਾਂ ਨੂੰ ਖਤਮ ਕੀਤਾ ਗਿਆ। ਪਰ ਹਜੇ ਵੀ ਉਹਨਾਂ ਦੀ ਗਿਣਤੀ ਕਹੀ ਜਾ ਰਹੀ ਹੈ ਕਿ 160 ਤੋਂ ਜ਼ਿਆਦਾ ਹੈ। ਸੋ ਉਹਨਾਂ ਨੂੰ ਇਰੈਡੀਕੇਟ ਕਰਨ ਦੀ, ਖਤਮ ਕਰਨ ਦੀ ਸਾਡੀਆਂ ਸਿਕਿਉਰਿਟੀ ਏਜੰਸੀਜ਼, ਸਾਡੇ ਫੌਜੀਆਂ ਵੱਲੋਂ ਲਗਾਤਾਰ ਕੋਸ਼ਿਸ਼ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ। ਹਰਜੋਤ ਜੀ ਜੀ ਬਿਲਕੁਲ। ਤੇ ਅੱਗੋਂ ਗੱਲ ਕਰਨਾ ਚਾਹਾਂਗੇ ਕਿ ਮੈਂ ਪੰਜਾਬ ਵੱਲ ਵਾਪਸ ਅਗਰ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰ ਲਈਏ, ਤਾਂ ਪੰਜਾਬ ਸਰਕਾਰ ਤੇ ਕਿਸਾਨਾਂ ਵਿੱਚ ਜੋ ਹੈ ਲਗਾਤਾਰ ਮਤਭੇਦ ਬਣਦਾ ਹੀ ਨਜ਼ਰ ਆ ਰਿਹਾ ਹੈ। ਅੱਜ ਜੋ ਹੈ ਕਿਸਾਨੀ ਮੁੱਦਿਆਂ ਨੂੰ ਲੈ ਕੇ BKU ਉਗਰਾਹਾਂ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਉਸ ਵਿੱਚ ਉਹਨਾਂ ਨੇ ਆਪਣੇ ਕਈ ਮੁੱਦੇ ਰੱਖੇ। ਕਿਸਾਨੀ ਮੁੱਦਾ, ਬਿਜਲੀ ਦੀ ਗੱਲ ਕਰ ਲਓ, ਪਾਣੀ ਸੰਕਟ ਦੀ ਗੱਲ ਕਰ ਲਓ, ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸਿੱਧੀ ਬਿਜਾਈ ਕੀਤੀ ਜਾਵੇ ਤੇ ਉਸ ਨੂੰ ਲੈ ਕੇ ਕਈ ਸਵਾਲ ਜੋ ਹੈ ਖੜੇ ਕੀਤੇ ਜਾ ਰਹੇ ਨੇ ਕਿਸਾਨਾਂ ਵੱਲੋਂ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਰਿਸਕ ਪੱਤਾ ਜੋ ਹੈ ਪੰਜਾਬ ਸਰਕਾਰ ਦੇਵੇ, ਤਾਂ ਕਿ ਸਾਨੂੰ ਕੱਲ ਨੂੰ ਕੋਈ ਕਿਸੇ ਤਰ੍ਹਾਂ ਦਾ ਘਾਟਾ ਪੈਣ ਦੀ ਗੱਲ ਨਾ ਹੋਵੇ, ਕਿ ਸਾਡੇ ਪੈਸੇ ਵੀ ਪੂਰੇ ਨਾ ਹੋਣ। ਸੋ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਤਕਰੀਬਨ 10,000 ਪਰ ਏਕੜ ਵਿੱਚ ਉਹਨਾਂ ਨੇ ਰਿਸਕ ਭੱਤੇ ਦੀ ਮੰਗ ਕੀਤੀ ਹੈ ਕਿਸਾਨਾਂ ਨੇ ਨਾਲ ਹੀ? ਦੇਖੋ, ਦੋ ਚੀਜ਼ਾਂ ਨੇ। ਭਗਵੰਤ ਮਾਨ ਸਾਹਿਬ ਕਿਉਂਕਿ ਨਵੇਂ ਮੁੱਖ ਮੰਤਰੀ ਬਣੇ ਨੇ, ਪਹਿਲਾਂ MP ਰਹੇ ਨੇ ਉਹ 2 ਵਾਰ ਲੋਕ ਸਭਾ ਦੇ ਵਿੱਚ। ਜੀ ਮੈਂ ਉਹਨਾਂ ਦਾ ਭਾਸ਼ਣ ਸੁਣਦਾ। ਭਗਵੰਤ ਮਾਨ ਜਿਸ ਦਿਨ ਦੱਸ ਰਹੇ ਸੀ ਕਿ ਅਸੀਂ ਸਿੱਧੀ ਬਿਜਾਈ ਦੀ ਯੋਜਨਾ ਅਮਲ 'ਚ ਲਿਆਉਣੀ ਹੈ, ਤੇ ਭਗਵੰਤ ਮਾਨ ਕਾਫੀ ਜ਼ਿਆਦਾ ਸੰਤੁਸ਼ਟ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਯੋਜਨਾ ਚੰਗਾ ਕੰਮ ਕਰੂਗੀ। ਇਸ ਯੋਜਨਾ ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਕਸਪਰਟ ਸਾਲਾਂ ਬੱਧੀ ਕੰਮ ਕਰ ਰਹੇ ਨੇ, ਪਰ ਹਜੇ ਤੱਕ ਇਹਦੇ 'ਚ ਕਾਮਯਾਬੀ ਨਹੀਂ ਮਿਲੀ। ਹਾਂ, ਕਿਉਂਕਿ ਭਗਵੰਤ ਮਾਨ ਲੋਕਾਂ ਦੇ ਲੀਡਰ ਨੇ। ਜਿਹੜੇ ਲੋਕਾਂ ਦੇ ਲੀਡਰ ਹੁੰਦੇ ਨੇ, ਜਿਵੇਂ ਭਗਵੰਤ ਮਾਨ ਹੋ ਗਏ, ਜਿਵੇਂ ਅਟਲ ਬਿਹਾਰੀ ਵਾਜਪਾਈ ਸੀ, ਜਿਵੇਂ ਨਰਿੰਦਰ ਮੋਦੀ ਨੇ, ਜਾਂ ਜਿਵੇਂ ਇੰਦਰਾ ਗਾਂਧੀ ਸੀ, ਲੋਕਾਂ ਦੇ ਲੀਡਰ ਸੀ ਜਿਹੜੇ ਲੋਕ, ਉਹ ਠੀਕ ਹੈ, ਇਹਨਾਂ 'ਚੋਂ ਕਿਸੇ ਨਾਲ ਕੋਈ ਵਿਵਾਦ ਹੈ, ਉਹ ਗੱਲ ਵੱਖਰੀ ਹੈ। ਜਿਹੜੇ ਲੋਕਾਂ ਦੇ ਲੀਡਰ ਨੇ, ਉਹ ਜਦੋਂ ਲੋਕਾਂ 'ਚ ਕੋਈ ਸੱਦਾ ਦਿੰਦੇ ਨੇ ਤੇ ਲੋਕ ਗੱਲ ਸੁਣਦੇ ਵੀ ਨੇ, ਪ੍ਰਵਾਨ ਵੀ ਕਰਦੇ ਨੇ। ਹੁਣ ਭਗਵੰਤ ਮਾਨ ਨੇ ਜਦੋਂ ਸਿੱਧੀ ਬਿਜਾਈ ਦੀ ਗੱਲ ਕੀਤੀ, ਲੋਕਾਂ ਤੇ ਉਸ ਗੱਲ ਦਾ ਅਸਰ ਪਿਆ। ਹਾਲਾਂਕਿ ਜਿਹੜੇ ਸਾਡੇ ਸਾਇੰਟਿਸਟ ਨੇ, ਉਹ 10-15 ਸਾਲਾਂ ਤੋਂ ਇਹ ਗੱਲ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਡਾਇਰੈਕਟ ਸੋਇੰਗ ਹੈ ਜਿਹੜੀ ਉਹ ਕਰੀਏ, ਇਹਦੇ ਨਾਲ ਜਿਹੜੀ ਸਾਡੇ ਪਾਣੀ ਦੀ ਪ੍ਰੋਬਲਮ ਹੈ, ਸਮੱਸਿਆ, ਉਹ ਖਤਮ ਹੋਏਗੀ। ਭਗਵੰਤ ਮਾਨ ਨੇ ਇਹ ਗੱਲ ਜਦੋਂ ਤੋਰੀ, ਉਹਦਾ ਪ੍ਰਚਾਰ ਬਹੁਤ ਹੋਇਆ, ਪ੍ਰਸਾਰ ਬਹੁਤ ਹੋਇਆ, ਔਰ ਸਰਕਾਰ ਵੀ ਇਸ਼ਤਿਹਾਰ ਦੇ ਰਹੀ ਹੈ। ਪੈਸੇ ਖਰਚ ਕੇ ਸਰਕਾਰ ਚੈਨਲਾਂ ਚੂਨਲਾਂ ਤੇ ਇਸ਼ਤਿਹਾਰ ਵੀ ਦੇ ਰਹੀ ਹੈ ਤਾਂ ਕਿ ਲੋਕਾਂ ਤੱਕ ਗੱਲ ਜਾਵੇ। ਪਰ ਕਿਸਾਨ ਇਹਨੂੰ ਰੱਦ ਕਰ ਰਹੇ ਨੇ, ਕਿਉਂਕਿ 1500 ਰੁਪਏ ਮੁਆਵਜ਼ਾ ਸਿੱਧੀ ਬਿਜਾਈ ਦੇ ਬਦਲੇ ਸਰਕਾਰ ਕਹਿ ਰਹੀ ਹੈ ਅਸੀਂ ਦੇਵਾਂਗੇ। ਲੇਕਿਨ ਕਿਸਾਨਾਂ ਦਾ ਤਰਕ ਕੀ ਹੈ? ਕਿਸਾਨ ਕਹਿੰਦੇ ਕਿ ਜਦੋਂ ਅਸੀਂ ਸਿੱਧੀ ਬਿਜਾਈ ਕਰਾਂਗੇ ਤੇ ਬਿਜਲੀ ਦੀ ਗਰੰਟੀ ਕਿੱਥੇ ਹੈ? ਅਗਰ ਬਿਜਲੀ ਚਲੀ ਗਈ, ਕਿਉਂਕਿ ਸਿਰਫ ਬਿਜਾਈ ਨਹੀਂ ਨਾ, ਬਿਜਾਈ ਤੋਂ ਬਾਅਦ ਵੀ ਝੋਨੇ ਦੇ ਪੱਕਣ ਤੱਕ ਦਾ ਪ੍ਰੋਸੈਸ ਹੈ। ਜਦੋਂ ਤੱਕ ਹਰਜੋਤ ਜੀ ਦੁਸ਼ਹਿਰੇ ਦਾ ਸਮਾਂ ਆਉਂਦਾ ਹੈ, ਰਾਵਣ ਸਾੜਨ ਦਾ ਵੇਲਾ ਆਉਂਦਾ, ਉਦੋਂ ਤੱਕ ਤਾਂ ਝੋਨਾ ਵੇਚਣ ਤੋਂ ਬਾਅਦ ਕਿਸਾਨ ਪਰਾਲੀ ਨੂੰ ਸਾਂਭ ਰਿਹਾ ਹੁੰਦਾ ਹੈ। ਇਹ ਇੱਕ ਪੂਰਾ ਪ੍ਰੋਸੈਸ ਹੈ। ਹੁਣ ਕਿਸਾਨ ਕਹਿੰਦੇ ਕਿ ਅਸੀਂ ਝੋਨਾ ਸਿੱਧੀ ਬਿਜਾਈ ਕਰਤੀ, ਉਸ ਤੋਂ ਬਾਅਦ ਵੀ ਸਾਨੂੰ ਪਾਣੀ ਦੀ ਲੋੜ ਪੈਣੀ ਹੈ। ਡੀਜ਼ਲ ਦਾ ਰੇਟ ਦੇਖੋ, ਡੀਜ਼ਲ 94-95 ਰੁਪਏ ਹੋ ਗਿਆ। ਡੀਜ਼ਲ ਦਾ ਰੇਟ ਘਟਾਓ। ਇਹ ਬਹੁਤ ਵੱਡੀ ਸਮੱਸਿਆ ਹੈ। ਔਰ ਕਿਸਾਨ, ਠੀਕ ਹੈ, 20 ਮਈ ਤੋਂ ਸਿੱਧੀ ਬਿਜਾਈ ਦੀ ਗੱਲ ਸਰਕਾਰ ਨੇ ਕੀਤੀ ਹੈ, ਪਰ ਕਿਸਾਨ ਜਿਹੜੀਆਂ ਲਾਗਤਾਂ ਨੇ, ਨਦੀਨਨਾਸ਼ਕ ਨੇ ਜਾਂ ਕੀਟਨਾਸ਼ਕ ਨੇ, ਜਿਹੜੀਆਂ ਰਸਾਇਣਿਕ ਖਾਦਾਂ ਨੇ, ਉਹ ਵੀ ਪੈਣੀਆਂ ਨੇ, ਉਹ ਸਾਰਿਆਂ ਦੇ ਨਾਲ ਲਾਗਤ ਨੂੰ ਬਹੁਤ ਉੱਚਾ ਦੇਖ ਰਿਹਾ। ਔਰ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਸਿੱਧੀ ਬਿਜਾਈ ਕਰਕੇ ਅਗਰ ਉਤਪਾਦਨ ਉਸ ਤਰ੍ਹਾਂ ਦਾ ਨਾ ਆਇਆ, ਕੁਆਲਿਟੀ ਪੈੜੀ ਦੀ, ਝੋਨੇ ਦੀ ਉਸ ਤਰ੍ਹਾਂ ਦੀ ਨਾ ਆਈ, ਤੇ ਫਿਰ ਕੀ ਬਣੂਗਾ? ਇਸ ਕਰਕੇ ਕਿਸਾਨ ਇੱਕ ਸਿਕਿਉਰਿਟੀ ਚਾਹੁੰਦਾ ਹੈ। ਕੁਝ ਦਿਨ ਪਹਿਲਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ 5000 ਰੁਪਏ ਦੀ ਗੱਲ ਕੀਤੀ ਸੀ ਮੁਆਵਜ਼ੇ ਦੇ ਤੌਰ ਤੇ, ਔਰ ਹੁਣ ਇਹ ਗੱਲ ਵੱਧ ਕੇ ਆ ਗਈ ਹੈ 10,000 ਰੁਪਏ ਪ੍ਰਤੀ ਏਕੜ। ਔਰ ਜਿਹੜੇ ਕਿਸਾਨ ਲੀਡਰ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਕਰਕੇ ਕਿ 10,000 ਰੁਪਏ ਮੁਆਵਜ਼ੇ ਦੀ ਜਿਹੜੀ ਸਰਕਾਰ ਹੈ ਉਹ ਰਿਸਕ ਭੱਤਾ ਦੇਵੇ, 10,000 ਰੁਪਏ ਪ੍ਰਤੀ ਏਕੜ। ਇਹ ਵੱਡਾ ਹੈ। ਸਰਕਾਰ ਅੱਜ ਉਸ ਸਥਿਤੀ 'ਚ ਨਹੀਂ ਹੈ ਕਿ 10,000 ਰੁਪਏ ਰਿਸਕ ਭੱਤਾ ਦੇ ਸਕੇ। ਦੇਖੋ, 34 ਲੱਖ ਹੈਕਟੇਅਰ ਦੇ ਵਿੱਚ ਹਰ ਸਾਲ ਝੋਨਾ ਬੀਜਿਆ ਜਾਂਦਾ ਹੈ,
ਔਰ 34 ਲੱਖ ਹੈਕਟੇਅਰ ਚ ਅਗਰ ਬੀਜਿਆ ਜਾਂਦਾ ਹੈ ਤੇ ਤੁਸੀਂ ਰਿਸਕ ਫੈਕਟਰ 10,000 ਰੁਪਏ ਦੇ ਨਾਲ ਸਰਕਾਰ ਲਈ ਸੰਭਵ ਹੀ ਨਹੀਂ ਹੈ ਕਿ ਸਰਕਾਰ ਇੰਨੀ ਰਾਸ਼ੀ ਹੈ ਜਿਹੜੀ ਉਹ ਝੋਨੇ ਦੇ ਲਈ ਲੈ ਕੇ ਆਵੇ। ਹਾਂ ਬਿਲਕੁਲ, ਇਹ ਇੱਕ ਦੂਸਰੀ ਜਿਹੜੀ ਮੰਗ ਹੈ ਕਿ ਅਸੀਂ 4 ਜ਼ੋਨਾਂ ਚ ਪੰਜਾਬ ਨੂੰ ਵੰਡਿਆ ਤੇ 18 ਜਿਹੜੀ ਗੱਲ ਹੋ ਰਹੀ ਹੈ 18 ਜੂਨ ਦੀ, ਕਿਸਾਨ ਕਹਿੰਦੇ 10 ਜੂਨ ਤੋਂ ਹੀ ਝੋਨਾ ਬੀਜਣ ਲਈ ਸਰਕਾਰ ਮਨਜ਼ੂਰੀ ਦੇਵੇ ਔਰ 18 ਜੂਨ ਵਾਲੀ ਗੱਲ ਨੂੰ ਨਾ ਲੈ ਕੇ ਆਇਆ ਜਾਵੇ, ਪੜਾਅਵਾਰ ਝੋਨਾ ਬੀਜਣ ਦੀ ਗੱਲ। ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਸੁਣ ਰਿਹਾ ਸੀ ਦਿੱਲੀ ਦੇ ਵਿੱਚ ਪਰਸੋਂ। ਪ੍ਰਤਾਪ ਬਾਜਵਾ ਕਹਿੰਦੇ ਕਿ ਮਾਝੇ ਦੀ ਵਾਰੀ ਤਾਂ ਸਭ ਤੋਂ ਲੇਟ ਆ ਰਹੀ ਹੈ, ਜਦ ਕਿ ਮਾਝੇ 'ਚ ਪਹਿਲਾਂ ਝੋਨਾ ਬੀਜਿਆ ਜਾਣਾ ਚਾਹੀਦਾ। ਸੋ ਉਹਨਾਂ ਨੇ ਆਪਣਾ ਤਰਕ ਦਿੱਤਾ। ਜ਼ਿਆਦਾ ਵਿਸਥਾਰ ਦੇ ਨਾਲ ਕਦੀ ਇਸ ਮੁੱਦੇ ਤੇ ਅਸੀਂ ਜ਼ਰੂਰ ਗੱਲ ਕਰਾਂਗੇ ਕਿਉਂ ਉਹਨਾਂ ਨੇ ਇਹ ਗੱਲ ਕਹੀ। ਪਰ ਇਹ ਕਿਸਾਨ ਕਹਿ ਰਹੇ ਨੇ ਕਿ ਝੋਨਾ ਸਾਨੂੰ 10 ਜੂਨ ਤੋਂ ਹੁਣ ਬੀਜਣ ਦਿੱਤਾ ਜਾਵੇ। ਔਰ ਜਿਹੜੀ MSP ਦੀ ਗੱਲ ਹੈ ਉਹ ਕਹਿੰਦੇ 23 ਫਸਲਾਂ ਦੇ ਉੱਪਰ ਘੱਟੋ ਘੱਟ ਸਰਕਾਰ MSP ਦਾ ਪ੍ਰਬੰਧ ਕਰੇ 23 ਫਸਲਾਂ ਦਾ। ਬਿਲਕੁਲ ਸਰਕਾਰ ਨੇ ਮੂੰਗੀ ਤੇ ਬਾਸਮਤੀ ਦੀ ਗੱਲ ਕੀਤੀ ਹੈ। ਇਹ ਵੀ ਕਿਹਾ ਜੋਗਿੰਦਰ ਗਰਾਹਾਂ ਨੇ ਕਿ ਘੱਟੋ ਘੱਟ ਸਮਰਥਨ ਮੁੱਲ ਵੀ ਸਰਕਾਰ ਐਲਾਨੇ। ਹਾਲਾਂਕਿ ਇਸ ਵਾਰ ਤਾਂ ਮੂੰਗੀ ਦੇ ਲਈ ਵੀ ਜਿਹੜਾ ਸਮਾਂ ਕਾਫੀ ਨਿਕਲ ਗਿਆ, ਮੂੰਗੀ ਬੀਜਣ ਲਈ ਵੀ। ਪਰ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੇ, ਅਗਰ ਇਹ ਝੋਨੇ ਦੇ ਸੀਜ਼ਨ ਨੂੰ ਭਗਵੰਤ ਮਾਨ ਵਧੀਆ ਤਰੀਕੇ ਨਾਲ ਕੱਢ ਗਏ, ਹੈਂਡਲ ਕਰ ਗਏ ਔਰ ਝੋਨੇ ਦਾ ਉਤਪਾਦਨ ਵੀ ਸਾਡਾ ਚੰਗਾ ਹੋਇਆ ਤੇ ਰੱਬ ਨੇ ਮਿਹਰ ਰੱਖੀ, ਕਣਕ ਦੀ ਤਰ੍ਹਾਂ ਝੋਨੇ ਦੀ ਖਰਾਬੀ ਨਾ ਹੋਈ, ਫਿਰ ਸਾਡਾ ਜਿਹੜਾ ਫਸਲੀ ਚੱਕਰ ਹੈ ਉਹਦੇ 'ਚ ਚੰਗਾ ਬਦਲਾਅ ਦੇਖਣ ਨੂੰ ਆਉਣ ਵਾਲੇ ਸਮੇਂ 'ਚ ਮਿਲ ਸਕਦਾ ਹੈ। ਹਰਜੋਤ ਜੀ ਬਿल्कुल ਤੁਸੀਂ ਸਹੀ ਗੱਲ ਕਹੀ, ਕਿਉਂਕਿ ਅਸੀਂ ਇਹ ਮਨਸ਼ਾ ਜ਼ਰੂਰ ਸਮਝ ਪਾ ਰਹੇ ਹਾਂ ਕਿ ਭਗਵੰਤ ਮਾਨ ਵਾਕਈ ਜੋ ਹੈ ਪੰਜਾਬ ਦੇ ਲਈ ਕੁਝ ਚੰਗਾ ਕਰਨਾ ਚਾਹੁੰਦੇ ਨੇ। ਪਰ ਦੂਜੇ ਪਾਸੇ ਦੀਆਂ ਵੀ ਜੋ ਸੱਚਾਈਆਂ ਉਹ ਸੱਚੀ ਨੇ ਕਿ ਜੋ ਚੈਲੰਜਸ ਨੇ ਕਿਸਾਨਾਂ ਲਈ ਨੇ ਉਹ ਵੀ ਦਰਕਿਨਾਰ ਨਹੀਂ ਕੀਤੇ ਜਾ ਸਕਦੇ। ਤੇ ਉਮੀਦ ਕਰਦੇ ਹਾਂ ਜੋ ਤੁਸੀਂ ਗੱਲ ਕੀਤੀ ਹੈ ਕਿ ਚੰਗੀ ਪੈਦਾਵਾਰ ਹੋਵੇ ਤੇ ਕਿਸਾਨਾਂ ਨੂੰ ਵੀ ਵਧੀਆ ਲਾਭ ਜ਼ਰੂਰ ਹੋਵੇ। ਅੱਗੋਂ ਇੱਕ ਹੋਰ ਚੰਗੀ ਕੋਸ਼ਿਸ਼ ਜੋ ਕਿ ਲਗਾਤਾਰ ਭਗਵੰਤ ਮਾਨ ਕਹਿੰਦੇ ਆ ਰਹੇ ਸੀ ਕਿ ਆਪ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏਗਾ। ਸੋ ਉਸ ਦੇ ਉੱਪਰ ਵੀ ਤੇਜ਼ੀ ਦਿਖਦੀ ਜ਼ਰੂਰ ਨਜ਼ਰ ਆ ਰਹੀ ਹੈ। ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਤੋਂ ਜੋ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ, ਜਿਸ ਦੇ ਵਿੱਚ SSP ਤੇ DC ਪਹੁੰਚੇ ਸੀ। ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਮੁੱਖ ਮੰਤਰੀ ਵੱਲੋਂ ਕਿ ਬਿਲਕੁਲ ਢਿੱਲ ਨਹੀਂ ਵਰਤਣੀ ਹੈ। ਕੋਈ ਵੀ ਨਸ਼ਾ ਤਸਕਰ ਹੈ, ਕੋਈ ਵੀ ਬੰਦਾ ਉਹਦੇ ਵਿੱਚ, ਉਸ ਦੇ ਨਾਲ ਸਖਤੀ ਹੀ ਵਰਤਣੀ, ਕਿਤੇ ਵੀ ਨਰਮੀ ਨਹੀਂ ਦਿਖਣੀ ਚਾਹੀਦੀ। ਵੀ ਜਲਦੀ ਤੋਂ ਜਲਦੀ ਜੋ ਹੈ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈ। ਬਿਲਕੁਲ। ਕੱਲ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ 7 ਪੁਆਇੰਟ ਸੀ ਜਿਨ੍ਹਾਂ ਦੇ ਉੱਤੇ ਕੰਸੈਂਟਰੇਟ ਕੀਤਾ। ਜੀ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕਾਰੋਬਾਰੀ ਨੇ, ਜਿਹੜੇ ਸਪਲਾਇਰ ਨੇ, ਅਸੀਂ ਸਪਲਾਇਰ ਟਾਰਗੇਟ ਕਰਨੇ ਆ। ਦੇਖੋ ਫਿਰ ਗੱਲ ਉਹੀ ਆ ਗਈ, ਸਪਲਾਇਰ ਦੇ ਪਿੱਛੇ ਕੌਣ ਬੈਠਾ ਹੈ? ਡਰੋਨ ਬੈਠਾ ਹੈ ਜੀ। ਨਸ਼ੇ ਦੇ ਸਪਲਾਇਰ ਪਿੱਛੇ ਡਰੋਨ ਬੈਠਾ ਹੈ। ਹਾਲਾਂਕਿ ਠੀਕ ਹੈ, ਕਈ ਲੋਕ ਸਵਾਲ ਚੱਕਦੇ ਨੇ ਕਿ ਸਾਡੇ ਦੇਸ਼ 'ਚੋਂ ਵੀ ਨਸ਼ਾ ਆ ਜਾਂਦਾ ਹੈ, ਉਹ ਬਹੁਤ ਨਾ ਮਾਤਰ ਹੈ। ਨਸ਼ੇ ਦੇ ਸਭ ਤੋਂ ਜ਼ਿਆਦਾ ਵਿਕਟਮ ਕੌਣ ਹੈ? ਜਿਹੜੇ ਸਰਹੱਦੀ ਇਲਾਕੇ ਦੇ ਲੋਕ ਨੇ। ਇਹਦਾ ਮਤਲਬ ਹੈ ਡਰੋਨ ਅਟੈਕ ਕਰ ਰਿਹਾ ਨਸ਼ੇ ਦੇ ਰੂਪ ਦੇ ਵਿੱਚ। ਉਹ ਸਪਲਾਈ ਤੋੜਨੀ ਪੈਣੀ ਹੈ। BSF ਨੂੰ ਹੋਰ ਸਟਰੋਂਗ ਹੋਣਾ ਪੈਣਾ ਹੈ। ਸਾਡੀ ਪੁਲਿਸ ਨੂੰ ਸਰਹੱਦ ਤੇ ਹੋਰ ਸਟਰੋਂਗ ਹੋਣਾ ਪੈਣਾ ਹੈ। ਔਰ ਦੂਸਰਾ, ਜਿਹੜੇ ਸਪਲਾਇਰ ਨੇ ਵੱਡੇ ਨਸ਼ਿਆਂ ਦੇ, ਉਹ ਕੰਟਰੋਲ ਕਰਨੇ ਪੈਣੇ ਨੇ। ਔਰ ਭਗਵੰਤ ਮਾਨ ਨੇ ਉਹ ਸਪਸ਼ਟ ਕਿਹਾ। ਔਰ ਤੀਸਰਾ, ਜਿਹੜਾ ਅਡਿਕਟ ਹੈ, ਜਿਹੜਾ ਗੈਰ ਕਾਨੂੰਨੀ ਨਸ਼ੇ ਨੂੰ ਦਾ ਅਡਿਕਟ ਹੈ। ਦੇਖੋ 2-3 ਤਰ੍ਹਾਂ ਦੇ ਨਸ਼ੇ ਹੈ, ਸਿਗਰਟ ਹੈ, ਤੰਬਾਕੂ ਹੈ, ਸ਼ਰਾਬ ਹੈ। ਇਹ ਤਾਂ ਇੱਕ ਲੀਗਲ ਤਰੀਕੇ ਨਾਲ ਹੈਗੇ। ਬਿਲਕੁਲ। ਇਹਨਾਂ ਦੀ ਤਾਂ ਜਿਹੜੀ ਇਹਨਾਂ ਦਾ ਵੇਚਿਆ ਜਾਣਾ ਵੀ ਇੱਕ ਲੀਗਲ ਹੈ। ਸਰਕਾਰ ਨੇ ਦੁਕਾਨਾਂ ਦੇ ਉੱਤੇ ਮਨਜ਼ੂਰੀ ਦੇ ਰੱਖੀ ਹੈ, ਡੱਬੀਆਂ ਦੇ ਉੱਤੇ ਲਿਖ ਰੱਖਿਆ ਕਿ ਇਹ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਨੇ। ਹੁਣ ਜਿਹੜੇ ਇਹ ਕੈਮੀਕਲ ਨਸ਼ੇ ਨੇ ਸਰਹੱਦ ਪਾਰ ਤੋਂ ਆਉਂਦੇ, ਇਹ ਨਸ਼ੇ ਕਿਉਂਕਿ ਇਹਦੇ ਤੇ ਕੋਈ ਇਸ ਤਰੀਕੇ ਦੀ ਰਿਸਰਚ ਨਹੀਂ ਹੋਈ ਕਿ ਇਹ ਨਸ਼ਾ ਸੇਵਨ ਕਰਨ ਤੋਂ ਬਾਅਦ ਵਿਅਕਤੀ ਦੀ ਔਸਤਨ ਉਮਰ ਕਿੰਨੀ ਹੈ। ਪਰ ਜੇ ਮੈਂ ਇੱਕ ਜਰਨਲਿਸਟ ਦੇ ਤੌਰ ਤੇ ਜੇ ਮੈਂ ਇੱਕ ਮਾਹੌਲ ਦੇਖ ਕੇ ਗੱਲ ਕਰਾਂ, ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਲੋਕ ਨਸ਼ੇ ਦੇ ਆਦੀ ਹੋਏ ਨੇ ਪਿਛਲੇ ਸਮਿਆਂ 'ਚ, ਗੈਰ ਕਾਨੂੰਨੀ ਨਸ਼ੇ ਦੇ, ਚਿੱਟੇ ਵਰਗੇ ਨਸ਼ੇ ਦੇ ਜਿਹੜੇ ਆਦੀ ਹੋਏ ਨੇ, ਮੈਨੂੰ ਲੱਗਦਾ 4-5 ਸਾਲ ਹੀ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹਦੇ ਵਿੱਚ ਹੀ ਉਹ ਕਿਸੇ ਮੁਕਾਮ ਤੇ ਪਹੁੰਚ ਗਏ। ਕਿਉਂਕਿ ਕਿਸੇ ਨੇ ਡੋਜ਼ ਘੱਟ ਲੈ ਲਈ, ਕਿਸੇ ਨੇ ਡੋਜ਼ ਜ਼ਿਆਦਾ ਲੈ ਲਈ, ਉਹਦੇ ਨਾਲ ਉਹਨਾਂ ਦਾ ਸਰੀਰ ਵੀ ਖਰਾਬ ਹੋਇਆ ਤੇ ਲਾਈਫ ਨੂੰ ਵੀ ਉਹਨਾਂ ਦੇ ਹਰ ਵਕਤ ਚੈਲੰਜ ਰਿਹਾ। ਹੁਣ ਭਗਵੰਤ ਮਾਨ ਨੇ ਇੱਕ ਗੱਲ ਬਹੁਤ ਚੰਗੀ ਕੀਤੀ। ਉਹ ਕਹਿੰਦੇ ਜਿਹੜੇ ਐਡਿਕਟ ਨੇ ਉਹਨਾਂ ਨੂੰ ਅਸੀਂ ਮਰੀਜ਼ ਸਮਝਣਾ ਹੈ ਤੇ ਉਹਨਾਂ ਨੂੰ ਅਸੀਂ ਰੀਹੈਬਿਲਿਟੇਟ ਕਰਨਾ ਹੈ, ਉਹਨਾਂ ਦੀ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਪੂਰਾ ਕਰਨਾ ਹੈ। ਔਰ ਉਹਦੇ ਲਈ ਜਿਹੜੇ ਕਲੀਨਿਕ ਨੇ, ਜਿਹੜੇ ਓਟ ਕਲੀਨਿਕ ਵੀ ਖੁੱਲੇ ਸੀ, ਕੈਪਟਨ ਅਮਰਿੰਦਰ ਵੇਲੇ ਵੀ ਕੋਸ਼ਿਸ਼ ਹੋਈ ਸੀ, ਉਹਨਾਂ ਦੀ ਗਿਣਤੀ ਵਧਾ ਕੇ 1000 ਤੱਕ ਲੈ ਜਾਣੀ ਹੈ।
ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਗਿਣਤੀ 1000 ਤੱਕ ਕਰਨੀ ਹੈ ਔਰ ਕੋਸ਼ਿਸ਼ ਕਰਨੀ ਜਿਹੜੇ ਅਡਿਕਟ ਨੇ, ਜਿਹੜੇ ਨਸ਼ੇ ਦਾ ਸੇਵਨ ਕਰਦੇ ਆ, ਉਹਨਾਂ ਨੂੰ ਅਸੀਂ ਚੰਗਾ ਟ੍ਰੀਟਮੈਂਟ ਦਈਏ। ਔਰ ਜਿਹੜੇ ਲੋਕ ਠੀਕ ਹੋ ਚੁੱਕੇ ਨੇ ਨਸ਼ੇ ਤੋਂ, ਜਿਹੜੇ ਨਸ਼ੇ ਤੋਂ ਠੀਕ ਹੋ ਚੁੱਕੇ ਨੇ, ਉਹਨਾਂ ਦੀਆਂ ਸੇਵਾਵਾਂ ਅਸੀਂ ਗਾਈਡ ਦੇ ਤੌਰ ਤੇ ਲਈਏ, ਤਾਂ ਕਿ ਉਹ ਆ ਕੇ ਬਾਕੀਆਂ ਨੂੰ ਦੱਸਣ ਵੀ ਅਸੀਂ ਵੀ ਇਹ ਨਸ਼ਾ ਕਰਦੇ ਸੀ ਤੇ ਅਸੀਂ ਠੀਕ ਹੋਏ ਆ ਤੇ ਤੁਸੀਂ ਵੀ ਠੀਕ ਹੋ ਸਕਦੇ ਹੋ। ਸੋ 6-7 ਪੁਆਇੰਟ ਦੇ ਉੱਤੇ ਭਗਵੰਤ ਮਾਨ ਉਹਨਾਂ ਨੇ ਆਪਣਾ ਕੱਲ ਏਜੰਡਾ ਅਫਸਰਾਂ ਅੱਗੇ ਰੱਖਿਆ ਔਰ ਅਫਸਰਾਂ ਨੇ ਵੀ ਉਸ ਗੱਲ ਦੇ ਨਾਲ ਸਹਿਮਤੀ ਦਿੱਤੀ ਹੈ। ਔਰ ਅਫਸਰਾਂ ਨੂੰ ਵੀ ਕਿਹਾ ਗਿਆ ਕਿ ਅਗਰ ਤੁਹਾਡੇ ਕਿਸੇ ਥਾਣੇ 'ਚ, ਤੁਹਾਡੇ ਇਲਾਕੇ 'ਚ ਨਸ਼ਾ ਨਹੀਂ ਕੰਟਰੋਲ ਹੁੰਦਾ ਤੇ ਅਸੀਂ ਤੁਹਾਡੇ ਅਫਸਰਾਂ ਨੂੰ ਵੀ ਅਸੀਂ ਅਕਾਊਂਟੇਬਲ ਬਣਾਵਾਂਗੇ, ਤਾਂ ਕਿ ਬਹੁਤ ਜਗ੍ਹਾ ਦੇ ਉੱਤੇ ਕੋਈ ਨੈਕਸਸ ਨਾ ਬਣੇ। ਸੋ ਮੈਨੂੰ ਲੱਗਦਾ ਇਹ ਚੰਗੀ ਕੋਸ਼ਿਸ਼ ਕੱਲ ਵੀ ਭਗਵੰਤ ਮਾਨ ਉਹਨਾਂ ਨੇ ਕੀਤੀ ਹੈ। ਇਹਦੇ ਤੇ ਅੱਗੇ ਵਧਣ ਦੀ ਲੋੜ ਹੈ, ਇਹਦੇ ਤੇ ਬਹੁਤ ਮਿਹਨਤ ਕਰਨ ਦੀ ਲੋੜ ਹੈ, ਪੁਲਿਸ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਸਰਕਾਰ ਨੂੰ। ਫਿਰ ਜਿਹੜੀ ਇਹ ਗੈਰ ਕਾਨੂੰਨੀ ਨਸ਼ੇ ਦੀ ਸਮੱਸਿਆ, ਇਹਦੇ ਤੇ ਕਾਬੂ ਪਾਇਆ ਜਾ ਸਕਦਾ ਹੈ। ਹਰਜੋਤ ਜੀ 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 ਬਿਲਕੁਲ। ਸੋ ਮੁੱਦੇ ਸਾਡੇ ਕੋਲ ਕਈ ਹੁੰਦੇ ਨੇ ਚਰਚਾ ਕਰਨ ਲਈ, ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੈ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਮੁੱਦਿਆਂ ਦੇ ਉੱਪਰ ਜੋ ਹੈ ਤਹਿ ਤੱਕ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਜ਼ਰੂਰ ਕਰਦੇ ਹਾਂ ਜਿਹੜੇ ਲਗਾਤਾਰ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ, ਆਪਣੇ ਸੁਝਾਅ ਵੀ ਸਾਡੇ ਤੱਕ ਭੇਜਦੇ ਨੇ ਕਮੈਂਟ ਦੇ ਜ਼ਰੀਏ। ਤੇ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਤੁਸੀਂ ਇਸ ਸ਼ੋਅ ਦੇ ਨਾਲ ਜੁੜੇ ਰਿਹਾ ਕਰੋਗੇ ਤੇ ਆਪਣੇ ਸੁਝਾਅ ਸਾਡੇ ਤੱਕ ਭੇਜਦੇ ਰਿਹਾ ਕਰੋਗੇ। ਬਹੁਤ ਬਹੁਤ ਧੰਨਵਾਦ ਡੱਲਾ ਜੀ ਕਿ ਤੁਸੀਂ ਅੱਜ ਖਬਰ ਪੜਤਾਲ ਦਾ ਹਿੱਸਾ ਬਣੇ ਇੱਕ ਵਾਰ ਫਿਰ ਤੋਂ, ਔਰ ਇਹ ਸਾਰੇ ਮੁੱਦਿਆਂ ਦੇ ਉੱਪਰ ਚਰਚਾ ਕੀਤੀ। ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।